किसान वीरो प्रोग्राम मेरा पिंड मेरे खेत च तुहाडा स्वागत करते हैं। किसान वीरो किसानी मसलियां किसानी लोड़ां प्रति आपां गल्लां बातां करते रहने हैं। तो इस प्रोग्राम के अज असीं एक विशेष विषय ते गल करांगे कि जिहड़ियां पशुआं नूं होण वालीआं बीमारियां है उन्हां 'च एक बड़ी नामराद बीमारी जिहड़ी आ वो हैगी आ हलकां दी बीमारी। ये बीमारी एक तो दूसरे पशु तक जिहड़ी पहुँच सकती है, कुत्तियां तो दूसरे पशुओं तक पहुँच सकती है। साडे नाल ने डॉक्टर रजनीश शर्मा जी जिहड़े कि गुरु अंगद देव वैटरनरी ते एनीमल साइंस यूनिवर्सिटी लुधियाना के सेंटर फॉर वन हैल्थ विखे काम करते हैं। तो इस सेंटर की विशेषता ये आ कि ये जिहड़ियां पशुआं तो मनुक्खां नूं होण वालीआं बीमारियां उन्हां दे उत्ते खोज भी करता है, उन्हां दे उत्ते सिੱਖਿਆ भी दिंदा है तो उन्हां संबंधी जागरूक करता है। डॉक्टर साहब तुहाडा बहुत बहुत स्वागत करते हैं। धन्यवाद जी डॉक्टर साहब हलकां दी बीमारी जिहड़ी आ हाँ जी वो असीं अक्सर ਨਾਂ सुणदे आ, जिन्ना क असीं किते अखबारां 'ਚ पढ़िया हुंदा है, किते वेखिया हुंदा जी हलकां वाला कुत्ता जिहड़ा वो किसे नूं वढ गया कट गया तो बड़ा जिहड़ा ना ਉਹਦੇ संबंधी दहशत जिहड़ी आ ਉਹ पाई ਜਾਂਦੀ ਆ। ਤੇ ਸਾਨੂੰ ਥੋੜਾ ਇਸ ਬਿਮਾਰੀ ਦੀ ਪਿੱਠਭੂਮੀ ਬਾਰੇ ਦੱਸੋ ਕਿ ਇਹ ਬਿਮਾਰੀ ਹੈ ਕੀ ਹੈ। ਹਾਂਜੀ ਦੇਖੋ ਜੀ ਹਲਕਾ ਜਿਵੇਂ ਤੁਸੀਂ ਆਖਿਆ ਇਸ ਬਿਮਾਰੀ ਨੂੰ ਰੇਬੀਜ਼ ਵੀ ਕਹਿ ਦਿੱਤਾ ਜਾਂਦਾ, ਅੰਗਰੇਜ਼ੀ ਭਾਸ਼ਾ 'ਚ ਇਹਨੂੰ ਰੇਬੀਜ਼ ਕਹਿੰਦੇ ਹਨ ਜੀ। ਇਹ ਬਿਮਾਰੀ ਜਿਹੜੀ ਹੈ ਇਹ ਇੱਕ ਵਿਸ਼ਾਣੂ ਰੋਗ ਹੈ। ਕਹਿਣ ਦਾ ਭਾਵ ਕਿ ਇਸ ਬਿਮਾਰੀ ਨੂੰ ਇੱਕ ਵਿਸ਼ਾਣੂ ਕਰਦਾ ਹੈ। ਜਿਹੜਾ ਇਸ ਬਿਮਾਰੀ ਦਾ ਵਿਸ਼ਾਣੂ ਹੈ ਉਸ ਨੂੰ ਲਾਈਸਾ ਵਿਸ਼ਾਣੂ ਕਹਿ ਦਿੱਤਾ ਜਾਂਦਾ ਹੈ। ਇਹ ਬਿਮਾਰੀ ਜਿਹੜੀ ਹੈ ਜਿਵੇਂ ਕਿ ਤੁਸੀਂ ਵੀ ਦੱਸਿਆ ਕਿ ਇਹ ਇੱਕ ਬੜੀ ਨਾਮੁਰਾਦ ਬਿਮਾਰੀ ਹੈ। ਇਹਨੂੰ ਆਪਾਂ ਨਾਮੁਰਾਦ ਬਿਮਾਰੀ ਇਸ ਕਰਕੇ ਆਖ ਦਿੰਦੇ ਹਾਂ ਕਿਉਂਕਿ ਇਸ ਬਿਮਾਰੀ ਦੇ ਇੱਕ ਵਾਰ ਜੇਕਰ ਲੱਛਣ ਆ ਜਾਣ, ਮੰਨ ਲਓ ਕਿਸੇ ਪਸ਼ੂ ਦੇ ਵਿੱਚ ਇਸ ਬਿਮਾਰੀ ਦੇ ਲੱਛਣ ਆ ਗਏ ਹਨ, ਉਸ ਤੋਂ ਬਾਅਦ ਪਸ਼ੂ ਦਾ ਬਚਣਾ ਬਹੁਤ ਮੁਸ਼ਕਲ ਹੈ। ਜਿਵੇਂ ਕਈ ਵਾਰੀ ਆਪਾਂ ਸੁਣਦੇ ਹਾਂ ਕਿ ਫਲਾਣੇ ਦੇ ਪਸ਼ੂ ਨੂੰ ਕੁੱਤੇ ਨੇ ਵੱਢ ਲਿਆ ਤੇ ਹਲਕਾ ਹੋ ਗਿਆ ਤੇ ਉਹ ਜਿਹੜਾ ਪਸ਼ੂ ਹੈ ਉਹ ਮਰ ਗਿਆ। ਸੋ ਇਸ ਕਾਰਨ ਕਰਕੇ ਕਿਉਂਕਿ ਲੱਛਣ ਇੱਕ ਵਾਰੀ ਆ ਗਏ ਭਾਵੇਂ ਉਹ ਕਿਸੇ ਜਾਨਵਰ ਦੇ ਵਿੱਚ ਆਣ ਜਾਂ ਮਨੁੱਖ ਦੇ ਵਿੱਚ ਆਣ, ਕਿਉਂਕਿ ਇਹ ਜਿਹੜੀ ਬਿਮਾਰੀ ਹੈ ਇਹ ਆਪਣਾ ਜਾਨਵਰਾਂ ਤੋਂ ਮਨੁੱਖ ਨੂੰ ਲੱਗ ਸਕਦੀ ਹੈ। ਆਮ ਭਾਸ਼ਾ ਵਿੱਚ ਅਸੀਂ ਅਜਿਹੀਆਂ ਬਿਮਾਰੀਆਂ ਨੂੰ ਜ਼ੂਨੋਟਿਕ ਬਿਮਾਰੀਆਂ ਆਖ ਦਿੰਦੇ ਹਨ। ਉਹ ਬਿਮਾਰੀਆਂ ਜਿਹੜੀਆਂ ਕਿ ਜਾਨਵਰਾਂ ਤੋਂ ਮਨੁੱਖ ਨੂੰ ਲੱਗ ਜਾਣ ਤੇ ਰੇਬੀਜ਼ ਉਹਨਾਂ ਦੇ ਵਿੱਚੋਂ ਜਿਹੜੀ ਹਲਕਾ ਹੈ ਉਹ ਉਹਨਾਂ ਦੇ ਵਿੱਚੋਂ ਇੱਕ ਬਿਮਾਰੀ ਹੈ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬਿਮਾਰੀ ਬੜੀ ਖਤਰਨਾਕ ਹੈ, ਪਰ ਇੱਥੇ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਹਾਂ ਕਿ ਜਿੱਥੇ ਇਹ ਬਿਮਾਰੀ ਇੰਨੀ ਖਤਰਨਾਕ ਹੈ ਉੱਥੇ ਇਸ ਬਿਮਾਰੀ ਤੋਂ 100% ਬਚਾਅ ਕੀਤਾ ਜਾ ਸਕਦਾ ਹੈ ਸਾਵਧਾਨੀਆਂ ਅਪਣਾ ਕੇ। ਕਿ ਅਸੀਂ ਬਿਮਾਰੀ ਤੋਂ ਬਚਾਅ ਦੇ ਲਈ ਪਹਿਲਾਂ ਹੀ ਸਾਵਧਾਨੀਆਂ ਅਪਣਾ ਲਈਏ ਤਾਂ ਕਿ ਇਹੋ ਜਿਹੀ ਸਿਚੁਏਸ਼ਨ ਜਾਂ ਆਵੇ ਹੀ ਨਾ ਕਿ ਜਿਹੜੀ ਕਿ ਮੌਤ ਦੇ ਵਿੱਚ ਤਬਦੀਲ ਹੋ ਜਾਵੇ। ਡਾਕਟਰ ਰਜਨੀਸ਼ ਸ਼ਰਮਾ ਜਿਵੇਂ ਤੁਸੀਂ ਗੱਲ ਕੀਤੀ ਉਹਦੇ 'ਚ ਇੱਕ ਜ਼ਿਕਰ ਆ ਰਿਹਾ ਵਿਸ਼ੇਸ਼ ਤੌਰ 'ਤੇ ਕੁੱਤੇ ਦਾ। ਹਾਂਜੀ ਤੇ ਸਾਡੇ ਵੀ ਆਮ ਤੌਰ 'ਤੇ ਜਿਹੜਾ ਉਹ ਇਹੋ ਹੀ ਸਮਝਦੇ ਆ ਵੀ ਬਿਮਾਰੀ ਜਿਹੜੀ ਕੁੱਤੇ ਤੋਂ ਹੁੰਦੀ ਆ। ਹਾਂਜੀ ਕਿ ਕੁੱਤਾ ਹੀ ਜਿਹੜਾ ਇਹਦਾ ਇੱਕ ਕਾਰਕ ਬਣਦਾ ਜਾਂ ਇਹਦਾ ਵਾਹਕ ਬਣਦਾ ਵਾ ਕਿ ਕੋਈ ਹੋਰ ਵੀ ਕਿਸੇ ਤਰੀਕੇ ਨਾਲ ਜਿਹੜੀ ਬਿਮਾਰੀ ਜਿਹੜੀ ਆ ਉਹ ਪਸ਼ੂਆਂ ਤੱਕ ਜਾਂ ਇੱਕ ਦੂਜੇ ਤੱਕ ਪਹੁੰਚਦੀ ਹੈ ਜੀ। ਜਿਵੇਂ ਪਹਿਲਾਂ ਮੈਂ ਦੱਸਿਆ ਕਿ ਇਹ ਬਿਮਾਰੀ ਜਿਹੜੀ ਹੈਗੀ ਆ ਕੁੱਤੇ ਦੇ ਲੱਗਦੀ ਹੈਗੀ ਆ। ਪਹਿਲਾਂ ਤਾਂ ਇਹ ਬਿਮਾਰੀ ਲੱਗਦੀ ਕਿਵੇਂ ਹੈ ਜੀ, ਠੀਕ ਹੈ ਜੀ, ਇਹਦੇ ਬਾਰੇ ਦੱਸ ਦਿੰਦਾ ਤੁਹਾਨੂੰ। ਕਿਉਂਕਿ ਹੁੰਦਾ ਕੀ ਹੈ ਕਿ ਜਦੋਂ ਬਿਮਾਰੀ ਨਾਲ ਪੀੜਿਤ ਕੁੱਤਾ ਜਿਸ ਨੂੰ ਇਹ ਬਿਮਾਰੀ ਹੋਈ ਹੋਵੇ ਜੀ ਉਸ ਦੀ ਥੁੱਕ ਦੇ ਵਿੱਚ ਇਸ ਬਿਮਾਰੀ ਦਾ ਵਿਸ਼ਾਣੂ ਬਾਹਰ ਆਉਂਦਾ ਹੈ ਜੀ। ਹੁਣ ਉਹ ਕੁੱਤਾ ਜਦੋਂ ਕਿਸੇ ਜਾਨਵਰ ਨੂੰ ਵੱਢ ਦੇਵੇ, ਪਸ਼ੂ ਨੂੰ ਵੱਢ ਦੇਵੇ ਤੇ ਉਸ ਕੁੱਤੇ ਦੇ ਥੁੱਕ ਰਾਹੀਂ ਉਹ ਜਿਹੜੇ ਵਾਇਰਸ ਨੇ ਜਾਂ ਜਿਹੜੇ ਵਿਸ਼ਾਣੂ ਨੇ ਉਹ ਜ਼ਖਮ ਰਾਹੀਂ ਉਹਦੇ ਅੰਦਰ ਚਲੇ ਜਾਂਦੇ ਨੇ ਤੇ ਬਿਮਾਰੀ ਕਰ ਦਿੰਦੇ ਹਨ। ਠੀਕ ਹੈ ਜੀ। ਹੁੰਦਾ ਕੀ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਜਿੱਥੇ ਮੰਨ ਲਓ ਇੱਥੇ ਕੁੱਤੇ ਨੇ ਵੱਢਿਆ ਹੱਥ ਦੇ ਉੱਤੇ ਜ਼ਖਮ ਹੋਇਆ, ਕੁੱਤੇ ਦੇ ਥੁੱਕ ਦੇ ਵਿੱਚ ਜਿਹੜੇ ਵਿਸ਼ਾਣੂ ਸੀਗੇ ਜਦੋਂ ਉਹਨੂੰ ਬਿਮਾਰੀ ਉਸ ਕੁੱਤੇ ਨੂੰ ਬਿਮਾਰ ਕੁੱਤੇ ਦੇ ਉਹ ਜਿਹੜੇ ਵਿਸ਼ਾਣੂ ਆ ਨਾੜੀਆਂ ਰਾਹੀਂ ਨਰਵਸ ਰਾਹੀਂ ਉਹ ਹੌਲੀ ਆਪਣਾ ਪਹੁੰਚ ਗਏ ਆਪਣੀ ਰੀੜ੍ਹ ਦੀ ਹੱਡੀ ਦੀ ਨਰਵ ਜਿਹੜੀ ਅੰਦਰ ਹੁੰਦੀ ਹੈ ਉਹ ਤੋਂ ਉਹ ਦਿਮਾਗ ਤੇ ਪਹੁੰਚ ਜਾਂਦੀ ਹੈ ਤੇ ਦਿਮਾਗ ਤੋਂ ਫਿਰ ਉਹ ਜਿਹੜੀਆਂ ਸਾਡੀਆਂ ਥੁੱਕ ਦੀਆਂ ਗ੍ਰੰਥੀਆਂ ਨੇ ਉਹਦੇ ਵਿੱਚ ਆ ਜਾਂਦਾ ਹੈ ਵਾਇਰਸ ਤੇ ਥੁੱਕ ਰਾਹੀਂ ਉਹ ਬਾਹਰ ਆ ਜਾਂਦਾ ਹੈ। ਤੇ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਕੀ ਇਹ ਬਿਮਾਰੀ ਸਿਰਫ ਕੁੱਤਿਆਂ ਦੇ ਵੱਢਣ ਨਾਲ ਹੁੰਦੀ ਹੈ, ਦੇਖੋ ਜੀ ਭਾਰਤ ਦੇ ਵਿੱਚ ਜ਼ਿਆਦਾ ਜਿਹੜੇ ਕੇਸ ਨੇ ਉਹ ਕੁੱਤਿਆਂ ਦੇ ਵੱਢਣ ਦੇ ਨਾਲ ਰਿਪੋਰਟ ਕੀਤੇ ਗਏ ਨੇ ਤੇ ਜਦ ਕਿ ਇਹ ਬਿਮਾਰੀ ਹੋਰ ਜਾਨਵਰਾਂ ਦੇ ਨਾਲ ਵੀ ਹੋ ਸਕਦੀ ਹੈ। ਕਈ ਵਾਰੀ ਆਪਾਂ ਵੇਖਦੇ ਆ ਕਿ ਜਾਨਵਰ ਨੂੰ ਇਹ ਬਿਮਾਰੀ ਹੋਈ, ਪਸ਼ੂ ਨੂੰ ਆਪਣੇ ਨੂੰ ਬਿਮਾਰੀ ਹੋਈ ਹੈ ਤੇ ਪਸ਼ੂ ਨੂੰ ਖਾਸ ਕਰਕੇ ਕੀ ਹੁੰਦਾ ਕਿ ਪਸ਼ੂ ਦੇ ਲਾਰਾਂ ਨਿਕਲਦੀਆਂ ਨੇ, ਮੂੰਹ ਚੋਂ ਝੱਗ ਛੱਡਦਾ ਵਾ। ਕਈ ਵਾਰੀ ਆਪਣੇ ਕੋਈ ਕਿਸਾਨ ਵੀਰ ਜਾਂ ਉਸ ਦੇ ਮਾਲਕ ਜਿਹੜੇ ਨੇ ਉਹਦੇ
ਮੂੰਹ ਖੋਲ ਕੇ ਉਹਦੇ ਹੱਥ ਪਾ ਦਿੰਦੇ ਨੇ। ਜੀ, ਜੀ। ਉਹ ਸੋਚਦੇ ਨੇ ਕਿ ਸ਼ਾਇਦ ਕੁਝ ਪਸ਼ੂ ਨੇ ਖਾ ਲਿਆ ਤਾਂ ਕਰਕੇ ਝੱਗ ਨਿਕਲਦੀ ਪਈ ਹੈ। ਹੁਣ ਜਦੋਂ ਅਸੀਂ ਹੱਥ ਪਾਉਂਦੇ ਆ, ਨੰਗਾ ਹੱਥ ਹੈਗਾ, ਸਾਡੇ ਹੱਥ ਤੇ ਕੋਈ ਜ਼ਖਮ ਹੈਗਾ, ਉਹੀ ਤਰੀਕੇ ਦੇ ਨਾਲ ਉਹ ਜਿਹੜੇ ਵਿਸ਼ਾਣੂ ਆ ਅੰਦਰ ਚਲੇ ਜਾਣੇ। ਸੋ ਜੇ ਕੋਈ ਵੀ ਪਸ਼ੂ ਪੀੜਿਤ ਹੋਵੇ, ਠੀਕ ਹੈ, ਉਹ ਤੋਂ ਵੀ ਬਿਮਾਰੀ ਹੋ ਸਕਦੀ ਹੈ। ਜੀ। ਪਰ ਜ਼ਿਆਦਾਤਰ ਜਿਵੇਂ ਮੈਂ ਅੱਗੇ ਵੀ ਕਿਹਾ, ਬਿਮਾਰੀ ਜ਼ਿਆਦਾਤਰ ਕੁੱਤਿਆਂ ਦੇ ਵੱਢਣ ਦੇ ਨਾਲ ਰਿਪੋਰਟ ਕੀਤੀ ਗਈ ਹੈ, ਜਾਂ ਕਈ ਵਾਰੀ ਜਿਹੜਾ ਕੁੱਤੇ ਨੂੰ ਇਹ ਬਿਮਾਰੀ ਹੋਈ ਹੋਵੇ, ਉਹ ਮੰਨ ਲਓ ਕਿਸੇ ਦੇ ਪੈਰ ਦੇ ਉੱਤੇ ਜ਼ਖਮ ਹੈ ਜਾਂ ਹੱਥ ਦੇ ਉੱਤੇ ਜ਼ਖਮ ਹੈ, ਉਹ ਕੁੱਤਾ ਉਹਨੂੰ ਚੱਟ ਜਾਵੇ, ਜੀ ਜੀ, ਤਾਂ ਵੀ ਇਹ ਬਿਮਾਰੀ ਦਾ ਇੱਕ ਕਾਰਨ ਬਣ ਸਕਦਾ ਹੈ। ਜੀ ਜੀ, ਕਿਉਂਕਿ ਥੁੱਕ ਰਾਹੀਂ ਵਿਸ਼ਾਣੂ ਜਿਹੜਾ ਹੈ ਜੀ। ਉਹ ਜ਼ਖਮ ਦੇ ਵਿੱਚ, ਜ਼ਖਮ ਤੋਂ ਨਰਵਸ ਦੇ ਵਿੱਚ ਜਾਂ ਨਾੜੀਆਂ ਦੇ ਵਿੱਚ, ਨਾੜੀਆਂ ਤੋਂ ਦਿਮਾਗ ਦੇ ਵਿੱਚ, ਤੇ ਇਸ ਤਰੀਕੇ ਦੇ ਨਾਲ ਜਿਹੜੀ ਹੈ ਬਿਮਾਰੀ ਜਿਹੜੀ ਹੈ ਫੈਲਦੀ ਹੈ। ਇੱਥੇ ਮੈਂ ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦਾ ਹਾਂ, ਜੀ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ, ਬਿਮਾਰੀ ਜਿਹੜੀ ਹੈ ਦਿਮਾਗ ਤੇ ਅਸਰ ਕਰਦੀ ਹੈ। ਜੀ, ਇਹ ਜਦੋਂ ਬਿਮਾਰੀ ਮੰਨ ਲਓ ਜਦੋਂ ਕੁੱਤੇ ਨੇ ਪੈਰ ਤੇ ਵੱਢਿਆ ਹੋਵੇ ਤੇ ਜਦੋਂ ਹੱਥ ਤੇ ਵੱਢਿਆ ਹੋਵੇ, ਕਿਉਂਕਿ ਹੱਥ ਜਿਹੜਾ ਹੈਗਾ ਉਹ ਦਿਮਾਗ ਦੇ ਲਾਗੇ ਆ, ਜੀ। ਜਾਂ ਮੂੰਹ ਤੇ ਵੱਢਿਆ ਹੋਵੇ ਉਹ ਦਿਮਾਗ ਦੇ ਲਾਗੇ ਆ, ਤੇ ਬਿਮਾਰੀ ਜਿਹੜੀ ਹੈ ਛੇਤੀ ਹੁੰਦੀ ਹੈ। ਜੀ, ਸੋ ਤੇ ਜੇ ਪੈਰ ਤੇ ਵੱਢਿਆ ਹੋਵੇ, ਪਰ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਭਾਈ ਪੈਰ ਤੇ ਵੱਢਿਆ ਤੇ ਆਪਾਂ ਕੁਝ ਦਿਨ ਜਿਹੜਾ ਹੈ ਜੀ। ਕੋਈ ਗੱਲ ਨਹੀਂ, ਲੇਟ ਹੋਊਗੀ ਬਿਮਾਰੀ। ਜੀ, ਜੇ ਕੁੱਤਾ ਵੱਢ ਦਿੰਦਾ ਹੈ ਤੇ ਸਾਨੂੰ ਛੇਤੀ ਤੋਂ ਛੇਤੀ ਹੀ ਸਾਵਧਾਨੀਆਂ ਅਪਣਾ ਕੇ ਜੀ। ਇਸ ਬਿਮਾਰੀ ਤੋਂ ਬਚਾਅ ਦੇ ਵੱਲ, ਇਹਦੀ ਟ੍ਰੀਟਮੈਂਟ ਦੇ ਵੱਲ ਤੁਰਨਾ ਚਾਹੀਦਾ ਹੈ। ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਕਈ ਵਾਰ ਝੱਗ ਪਸ਼ੂ ਦੇ ਮੂੰਹ ਚੋਂ ਨਿਕਲੀ ਹੋਈ, ਹਾਂਜੀ ਹਾਂਜੀ ਵੇਖੋ ਕਈ ਵਾਰੀ ਕਿਸਾਨ ਵੀਰ ਨੂੰ ਇਹ ਪਤਾ ਨਹੀਂ ਲੱਗਦਾ ਹਾਂਜੀ 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 ਕਿ ਕਿਹੜਾ ਲੱਛਣ ਜਿਹੜਾ ਵਾ ਹਾਂਜੀ, ਹਾਂਜੀ। ਉਹ ਇਹ ਬਿਮਾਰੀ ਹਲਕਾਰੀ ਵੀ ਹੋ ਸਕਦੀ ਹੈ। ਹਾਂਜੀ ਹਾਂਜੀ ਉਹ ਸੁਭਾਅਕੀ ਕਿਤੇ ਸੋਚ ਸਕਦਾ ਵੀ ਪਤਾ ਨਹੀਂ ਕੋਈ ਪਸ਼ੂ ਨੇ ਹਾਂਜੀ, ਖਾ ਹਾਂਜੀ, ਨਾ ਲਿਆ ਹੋਏ, ਹਾਂਜੀ, ਕੋਈ ਹਾਂਜੀ। ਜ਼ਹਿਰੀਲੀ ਚੀਜ਼ ਨਾ ਖਾ ਲਈ ਹੋਏ, ਹਾਂਜੀ, ਹਾਂਜੀ। ਜਾਂ ਮੰਨ ਲਓ ਕੁੱਤਾ ਹੀ ਆ। ਹਾਂਜੀ ਹਾਂਜੀ ਸਾਨੂੰ ਕਿਹੜੇ ਕੋਈ ਇਹੋ ਜਿਹੇ ਲੱਛਣ ਜਿਹੜੇ ਸਾਡੇ ਸਾਹਮਣੇ ਆਉਂਦੇ ਆ ਹਾਂਜੀ, ਹਾਂਜੀ। ਵੀ ਜਿਨ੍ਹਾਂ ਨੂੰ ਵੇਖ ਕੇ ਅਸੀਂ ਇhtiyat ਰੱਖ ਸਕੀਏ, ਸੰਭਲ ਹਾਂਜੀ, ਸਕੀਏ ਹਾਂਜੀ। ਕਿ ਇਹ ਬਿਮਾਰੀ ਜਿਹੜੀ ਹਲਕਾਰੀ ਹੋ ਸਕਦੀ ਆ। ਹਾਂਜੀ। ਸਾਨੂੰ ਥੋੜਾ ਜਿਹਾ ਸਮਝਦਾਰੀ ਦੇ ਨਾਲ ਜਿਹੜਾ ਹੈ ਇਸ ਵੇਲੇ ਦਾ ਚੱਲਣਾ। ਪਸ਼ੂ ਨਾਲ ਚੱਲਣਾ ਚਾਹੀਦਾ। ਜੇਕਰ ਸਾਨੂੰ ਨਿਸ਼ਾਨੀਆਂ ਦਾ ਜੀ। ਜਾਂ ਸਾਨੂੰ ਲੱਛਣਾਂ ਦਾ ਪਹਿਲਾਂ ਪਤਾ ਹੋਊਗਾ, ਤੇ ਆਪਾਂ ਛੇਤੀ ਤੋਂ ਛੇਤੀ ਸਾਵਧਾਨੀਆਂ ਅਪਣਾ ਕੇ ਜਾਂ ਛੇਤੀ ਤੋਂ ਛੇਤੀ ਇਲਾਜ ਕਰਾ ਕੇ ਆਪਾਂ ਇਹ ਬਿਮਾਰੀ ਤੋਂ ਬਚ ਸਕਦੇ ਹਾਂ। ਜੀ ਜੇ ਆਪਾਂ ਗੱਲ ਕਰੀਏ ਪਹਿਲਾਂ ਕੁੱਤਿਆਂ ਦੀ, ਜੀ। ਕੁੱਤਿਆਂ ਦੇ ਵਿੱਚ ਦੇਖੋ ਜੀ, ਜੇ ਬਿਮਾਰੀ ਦੇ ਕਰਕੇ, ਇਸ ਬਿਮਾਰੀ ਕਰਕੇ ਦੋ ਤਰ੍ਹਾਂ ਦੀਆਂ ਕਿਸਮਾਂ ਵੇਖੀਆਂ ਗਈਆਂ ਨੇ। ਇੱਕ ਆਪਾਂ ਕਹਿ ਦਿੰਦੇ ਆ ਪੜਕਾਹਟ ਵਾਲੀ ਕਿਸਮ, ਜੀ ਦੂਜੀ ਆਪਾਂ ਕਹਿ ਦਿੰਦੇ ਆ ਬੋਲੀ ਕਿਸਮ। ਜੀ। ਪੜਕਾਹਟ ਵਾਲੀ ਕਿਸਮ ਦਾ ਭਾਵ ਇਹ ਹੈ ਕਿ ਉਹਦੇ ਵਿੱਚ ਜਿਹੜਾ ਆਪਣਾ ਜਾਨਵਰ ਹੈ, ਜਿਹੜਾ ਕੁੱਤਾ ਹੈ, ਉਹਦਾ ਜਿਹੜਾ ਦਿਮਾਗੀ ਤਾਲਮੇਲ ਜਿਹੜਾ ਹੈ, ਉਹਦਾ ਅਸੰਤੁਲਨ ਹੋ ਜਾਂਦਾ ਹੈ। ਕਹਿਣ ਦਾ ਭਾਵ ਉਹ ਇੱਧਰ ਉੱਧਰ ਭੱਜਦਾ ਹੈ। ਕੋਈ ਵੀ ਚੀਜ਼ ਉਹਦੇ ਰਸਤੇ 'ਚ ਆਉਂਦੀ ਹੈ, ਭਾਵੇਂ ਉਹ ਨਿਰਜੀਵ ਹੋਵੇ, ਜਿਵੇਂ ਕਿ ਲੱਕੜ ਹੋ ਗਈ, ਘਾਹ ਫੂਸ ਹੋ ਗਿਆ, ਕੋਈ ਪਲਾਸਟਿਕ ਦਾ ਕੋਈ ਵੀ ਆਬਜੈਕਟ ਹੋ ਗਿਆ, ਉਹਨੂੰ ਮਤਲਬ ਵੱਢਦਾ ਦਿਮਾਗ ਹੈ। ਦੇ ਉੱਤੇ ਵੀ ਕਾਫੀ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ ਜੀ, ਤੇ ਠੀਕ ਹੈ ਉਹ ਮੇਨ ਅਸਰ ਵੀ ਦਿਮਾਗ ਤੇ ਹੀ ਹੈ, ਆਪਾਂ ਨੂੰ ਇਹ ਜੀ। ਕਹਿਣਾ ਚਾਹੀਦਾ ਰਾਦਰ। ਜੀ ਤੇ ਉਹ ਹਰ ਚੀਜ਼ ਨੂੰ ਵੱਢਦਾ ਹੈ। ਜੀ, ਉਸ ਤੋਂ ਇਲਾਵਾ ਕੀ ਹੁੰਦਾ ਹੈ, ਉਹ ਆਪਣੇ ਮਾਲਕ ਨੂੰ ਵੀ ਨਹੀਂ ਪਹਿਚਾਣਦਾ। ਅੱਛਾ ਜੀ। ਠੀਕ ਹੈ ਜੀ, ਕੋਈ ਵੀ ਆਦਮੀ ਉਸ ਨੂੰ ਵੱਢਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਇਲਾਵਾ ਇਹ ਹੁੰਦਾ ਹੈ ਕਿ ਹੌਲੀ ਹੌਲੀ ਉਹਦੇ ਜਿਹੜੇ ਸਰੀਰ ਦਾ ਅਧਰੰਗ ਹੋ ਜਾਂਦਾ ਹੈ, ਜੀ। ਉਹਦੇ ਸਿਰ ਦਾ ਅਧਰੰਗ ਹੋ ਜਾਂਦਾ ਹੈ, ਗਰਦਨ ਦਾ ਅਧਰੰਗ ਹੋ ਜਾਂਦਾ ਹੈ, ਜਬਾੜਾ ਜਿਹੜਾ ਲਮਕ ਜਾਂਦਾ ਹੈ, ਉਹਦੇ ਮੂੰਹ ਚੋਂ ਜਿਹੜੀ ਹੈਗੀ ਝੱਗ ਨਿਕਲਦੀ ਹੈ, ਜੀ। ਤੇ ਕੁਝ ਦਿਨਾਂ ਦੇ ਵਿੱਚ ਹੀ ਜਿਹੜਾ ਉਹ ਜਾਨਵਰ ਹੈ, ਉਹ ਕੁੱਤਾ ਜਿਹੜਾ ਹੈ, ਉਸਦੀ ਮੌਤ ਹੋ ਜਾਂਦੀ ਹੈ। ਜੀ। ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਜੇਕਰ ਇੱਕ ਵਾਰ ਲੱਛਣ ਆ ਗਏ ਤੇ ਬਿਮਾਰੀ ਤੋਂ ਬਿਲਕੁਲ ਨਹੀਂ ਬਚਿਆ ਜਾਂਦਾ, ਮੌਤ ਸੰਭਵ ਹੈ। ਇਸੇ ਤਰ੍ਹਾਂ ਜਿਹੜੇ ਆਪਣੇ ਪਸ਼ੂ ਹੁੰਦੇ ਹਨ, ਪਸ਼ੂਆਂ ਦੇ ਵਿੱਚ ਜਿਹੜੀਆਂ ਆਪਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਹੜੀਆਂ ਨਿਸ਼ਾਨੀਆਂ ਦਾ, ਜੇਕਰ ਝੱਗ ਨਿਕਲਦੀ ਹੈ, ਆਪਾਂ ਧਿਆਨ ਰੱਖੀਏ ਕਿ ਹੱਥ ਨਾ ਪਾਈਏ। ਹੱਥ ਪਾਉਣ ਨਾਲ ਕੀ ਹੈਗਾ, ਆਪਾਂ ਖਤਰੇ ਨੂੰ ਨਿਯੋਤਾ ਦੇ ਰਹੇ ਹਾਂ। ਠੀਕ ਹੈ ਠੀਕ ਹੈ ਜੀ, ਕਾਰਨ ਕਈ ਹੋ ਸਕਦੇ ਝੱਗ ਨਿਕਲਣ ਦੇ, ਜੀ, ਕੁਝ ਜੀ। ਖਾਦਾ ਵੀ ਹੋ ਸਕਦਾ ਵਾ। ਜੀ ਜੀ, ਠੀਕ ਹੈ ਜੀ, ਕੋਈ ਓਪਰੀ ਚੀਜ਼ ਖਾ ਲਈ ਹੋਵੇ, ਜੀ। ਉਹਦੇ ਕਰਕੇ ਵੀ ਹੋ ਸਕਦਾ। ਪਰ ਆਪਾਂ ਆਪਣੇ ਵੱਲੋਂ ਨਾ ਇਲਾਜ ਕਰਨ ਲੱਗ ਪਈਏ, ਡਾਕਟਰ ਦੀ ਸਲਾਹ ਨਾਲ ਲੱਗੇ ਤੁਰੀਏ। ਜੀ, ਜੀ। ਇਸ ਤੋਂ ਇਲਾਵਾ ਜਿਹੜੀਆਂ ਨਿਸ਼ਾਨੀਆਂ ਵੇਖੀਆਂ ਗਈਆਂ ਨੇ, ਇਹਨਾਂ ਵਿੱਚ ਵੀ ਭੜਕਾਹਟ ਦੀ ਕਿਸਮ ਆਉਂਦੀ ਹੈ। ਜੀ। ਜਿਹੜੇ ਪਸ਼ੂ ਨੇ ਖੋਰੂ ਪਾਉਂਦੇ ਨੇ, ਜੀ ਠੀਕ ਹੈ ਜੀ, ਆਪਣੇ ਅੜਿੰਗਦੇ ਨੇ, ਜੀ। ਠੀਕ ਹੈ ਜੀ, ਕਈ ਵਾਰੀ ਆਪਣਾ ਦੀਵਾਰਾਂ 'ਚ ਸਿੰਗ ਮਾਰ ਲੈਂਦੇ ਨੇ, ਸਿੰਗ ਭੰਨ ਲੈਂਦੇ ਨੇ। ਹਾਂਜੀ। ਠੀਕ ਹੈ, ਇਸ ਤੋਂ ਇਲਾਵਾ ਹੌਲੀ ਹੌਲੀ ਉਹਨਾਂ ਦੇ ਵਿੱਚ ਵੀ ਅਧਰੰਗ ਆਂਦਾ। ਜੀ। ਅਧਰੰਗ ਤੋਂ ਇਲਾਵਾ ਉਹ ਜਿਹੜਾ ਹੈ ਅੰਤ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜੀ। ਸੋ ਇਹ ਨਿਸ਼ਾਨੀਆਂ ਦਾ ਆਪਾਂ ਨੂੰ ਬਹੁਤ ਜ਼ਰੂਰੀ ਹੈ ਧਿਆਨ ਰੱਖਣਾ, ਕਿਉਂਕਿ ਜੇਕਰ ਸਾਨੂੰ ਪਤਾ ਹੋਊਗਾ ਤਾਂ ਹੀ ਆਪਾਂ ਬਚਾਅ ਕਰ ਸਕਦੇ ਹਾਂ। ਡਾਕਟਰ ਜੀਸ਼ ਜੀ, ਜਿਵੇਂ ਤੁਸੀਂ ਦੱਸਿਆ ਕਿ ਇਹੋ ਜਿਹੇ ਲੱਛਣ ਜਿਹੜੇ ਆ ਸਾਡੇ ਸਾਹਮਣੇ ਜਦੋਂ ਆਉਂਦੇ ਆ, ਹਾਂਜੀ ਜਾਂ ਸਾਨੂੰ ਪਤਾ ਲੱਗ ਜਾਂਦਾ ਕਿ ਪਸ਼ੂ ਨੂੰ ਸੱਚੀ ਮੁੱਚੀ ਹਾਂਜੀ ਹਲਕਾਏ ਕੁੱਤੇ ਨੇ ਕੱਟ ਲਿਆ, ਹਾਂਜੀ ਤੇ ਥੋੜੀ ਬਹੁਤੀ ਇਹ ਸਮਝ ਆਉਣ ਤੋਂ ਬਾਅਦ ਵੇਖੋ ਆਮ ਤੌਰ ਤੇ ਕਿਤੇ ਕੁੱਤਾ ਕੱਟ ਲੈਂਦਾ ਤੇ ਮੈਂ ਜਿੰਨਾ ਕੁ ਮਨੁੱਖੀ ਹਿਸਾਬ ਨੂੰ ਜਾਣਦਾ, ਉਹ ਫਟਾਫਟ ਕਹੀਦਾ ਭਾਈ ਟੀਕੇ ਲਵਾ ਲਈ, ਜਿਹੜਾ ਹਾਂਜੀ, ਕੋਰਸ ਹੈ ਪੂਰਾ ਕਰਾ ਲਈ ਆਪਣਾ, ਹਾਂਜੀ, ਹਾਂਜੀ, ਵੇਖੀ ਕਿਤੇ ਵਾਧੀ ਘਾਟੀ ਨਾ ਹੋ ਹਾਂਜੀ ਜਾਵੇ। ਹਾਂਜੀ ਹਾਂਜੀ ਜਦੋਂ ਇਹੋ ਜਿਹਾ ਪਤਾ ਲੱਗ ਜੇ ਸਾਨੂੰ ਪਸ਼ੂ ਸੰਬੰਧੀ, ਫਿਰ ਸਾਨੂੰ ਕਿਹੜਾ ਜਿਹੜਾ ਇhtiyat ਜਾਂ ਇਲਾਜ ਜਿਹੜਾ ਉਹਦੇ ਵਾਲੇ ਸਾਨੂੰ ਤੁਰਨਾ ਚਾਹੀਦਾ? ਹਾਂਜੀ ਹਾਂਜੀ ਦੇਖੋ ਜੀ, ਜੇਕਰ ਅਸੀਂ ਵੇਖ ਲੈਂਦੇ ਹਾਂ ਕਿ ਕੁੱਤੇ ਨੇ ਵੱਢਿਆ ਹੈ ਜੀ ਤੇ ਆਪਾਂ
ਪਤਾ ਲੱਗਦਾ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਛੇਤੀ ਤੋਂ ਛੇਤੀ ਡਾਕਟਰ ਸਾਹਿਬ ਦੀ ਸਲਾਹ ਦੇ ਨਾਲ ਇਲਾਜ ਕਰਾਈਏ। ਜੀ ਇਹਦੇ ਵਿੱਚ ਬਿਮਾਰੀ ਦੇ ਵਿੱਚ ਜਿਹੜਾ ਜ਼ਖਮ ਹੈ, ਜ਼ਖਮ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋਣਾ ਚਾਹੀਦਾ ਹੈ, ਸਾਬਣ ਦੇ ਨਾਲ। ਜੀ ਠੀਕ ਹੈ ਜੀ। ਉਸ ਤੋਂ ਬਾਅਦ ਕੋਈ ਵੀ ਘਰ ਦੇ ਵਿੱਚ ਆਪਣੇ ਕੋਈ ਐਂਟੀਸੈਪਟਿਕ ਕਰੀਮ ਵਗੈਰਾ ਪਈ ਹੋਵੇ ਉਹ ਲਗਾ ਦੇਣੀ ਚਾਹੀਦੀ ਹੈ। ਜੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਬਿਮਾਰੀ ਦੇ ਜਿਹੜੇ ਹੈ ਬਚਾਅ ਦੇ ਜਿਹੜੇ ਟੀਕੇ ਲਗਵਾਉਣੇ ਚਾਹੀਦੇ ਹਨ। ਜੀ ਕਿਉਂਕਿ ਆਮ ਕਰਕੇ ਕਈ ਵਾਰੀ ਵੇਖਿਆ ਜਾਂਦਾ ਹੈ ਕਿ ਬੰਦਾ ਘੋਲ ਕਰ ਜਾਂਦਾ ਹੈ, ਠੀਕ ਹੈ ਜੀ, ਕਿ ਆਪਣਾ ਕੋਈ ਗੱਲ ਨਹੀਂ ਜੀ, ਆਪਾਂ ਥੋੜੇ ਦਿਨਾਂ ਬਾਅਦ ਲਵਾ ਲਾਂਗੇ। ਜੀ ਬਿਲਕੁਲ ਇਦਾਂ ਨਹੀਂ ਕਰਨਾ, ਕਿਉਂਕਿ ਪਹਿਲਾਂ ਵੀ ਦੱਸਿਆ ਹੈ ਕਿ ਜੇ ਲੱਛਣ ਆਉਂਦੇ ਨੇ ਤੇ ਬਿਮਾਰੀ ਤੋਂ ਬਚਣਾ ਜਿਹੜਾ ਹੈ ਮੁਸ਼ਕਲ ਹੈ। ਇਸ ਕਰਕੇ ਉਸੇ ਦਿਨ ਐਕਸ਼ਨ ਲੈਣਾ ਹੈ। ਆਪਾਂ ਛੇਤੀ ਤੋਂ ਛੇਤੀ ਪਹਿਲਾਂ ਫਸਟ ਏਡ ਦੇ ਕੇ, ਉਹ ਵੀ ਜਦੋਂ ਦੇਣੀ ਹੈ ਤੇ ਕੋਸ਼ਿਸ਼ ਕਰਨੀ ਹੈ ਆਪਾਂ ਗਲਵਜ਼ ਵਗੈਰਾ ਪਾ ਲਈਏ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਗਲਵਜ਼ ਉਤਾਰ ਕੇ ਚੰਗੀ ਤਰ੍ਹਾਂ ਉਹਨੂੰ ਡਿਸਪੋਜ਼ ਆਫ ਕਰਕੇ ਆਪਣਾ ਜਿਹੜਾ ਹੈ ਅੱਗੇ ਚੱਲੀਏ। ਠੀਕ ਹੈ ਜੀ। ਦੂਜੀ ਗੱਲ, ਇਸੇ ਤਰ੍ਹਾਂ ਜੇਕਰ ਜਦੋਂ ਕੁੱਤਾ ਮਨੁੱਖ ਨੂੰ ਵੱਢ ਦਿੰਦਾ ਹੈ, ਜੀ ਆਪਾਂ ਕਈ ਵਾਰੀ ਇਹ ਵੀ ਵੇਖਦੇ ਹਾਂ ਕਿ ਕਿਸੇ ਬੱਚੇ ਨੂੰ ਵੱਢਤਾ ਜਾਂ ਸਾਨੂੰ ਕਿਸੇ ਨੂੰ ਵੱਢਤਾ, ਉਸ ਕੇਸ ਦੇ ਵਿੱਚ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ। ਉਹਦੇ ਵਿੱਚ ਵੀ ਸਾਨੂੰ ਸਭ ਤੋਂ ਪਹਿਲਾਂ ਤਾਂ ਫਸਟ ਏਡ ਜਿਹੜੀ ਹੈਗੀ ਆ, ਉਹਦੇ ਵਿੱਚ ਆਪਾਂ ਨੂੰ ਇਹੀ ਆ ਜਾਂਦਾ ਵਾ ਕਿ ਛੇਤੀ ਤੋਂ ਛੇਤੀ ਵਗਦੇ ਪਾਣੀ ਹੇਠ 15 ਮਿੰਟ ਤੱਕ ਆਪਾਂ ਉਹ ਜ਼ਖਮ ਧੋਣਾ। ਕਿਉਂਕਿ ਹੁੰਦਾ ਇਹ ਵਾ, ਜਿਵੇਂ ਮੈਂ ਤੁਹਾਨੂੰ ਦੱਸਿਆ, ਜਦੋਂ ਕੁੱਤੇ ਨੇ ਵੱਢਿਆ ਹੈ ਉਹਦੀਆਂ ਲਾਰਾਂ ਦੇ ਵਿੱਚ ਜਾਂ ਥੁੱਕ ਦੇ ਵਿੱਚ ਇਸ ਬਿਮਾਰੀ ਦੇ ਵਿਸ਼ਾਣੂ ਹਨ। ਹੁਣ ਉਹ ਵਿਸ਼ਾਣੂ ਜਿਹੜੇ ਹਨ, ਜਦੋਂ ਆਪਾਂ ਉਹਨਾਂ ਨੂੰ ਸਾਬਣ ਪਾਣੀ ਦੇ ਨਾਲ ਉਹ ਜ਼ਖਮ ਧੋ ਦਿੰਦੇ ਹਾਂ, ਉਹਦੇ ਨਾਲ ਜਿਹੜੇ ਆ ਉਹ ਮਰ ਜਾਂਦੇ ਹਨ। ਸੋ ਇੱਕ ਤਰੀਕੇ ਦੇ ਨਾਲ ਅਸੀਂ ਪਹਿਲਾ ਸਟੈਪ ਲੈ ਕੇ ਉਹ ਜਿਹੜੇ ਆਪਣੇ ਵਾਇਰਸ ਨੇ, ਉਹ ਜਿਹੜੇ ਵਿਸ਼ਾਣੂ ਨੇ, ਇਹਨਾਂ ਨੂੰ ਨਸ਼ਟ ਕੀਤਾ। ਹੁਣ ਉਸ ਤੋਂ ਬਾਅਦ ਆਪਾਂ ਕੋਈ ਵੀ ਘਰ ਆਪਣੀ ਜਿਹੜੀ ਵੀ ਐਂਟੀਸੈਪਟਿਕ ਕੋਈ ਕਰੀਮ ਪਈ ਹੈਗੀ ਆ, ਉਹਨੂੰ ਲਗਾ ਦੇਣਾ, ਤਾਂ ਕਿ ਅਸੀਂ ਫਰਦਰ ਜਿਹੜਾ ਹੈ ਉਹ ਜਿਹੜਾ ਵਾਇਰਸ ਨੂੰ ਉਹਨਾਂ ਦਾ ਨਿਪਟਾਰਾ ਕਰੀਏ। ਫਿਰ ਜਿਹੜਾ ਅਗਲਾ ਸਟੈਪ ਅਸੀਂ ਕਰਨਾ ਹੈ ਉਹ ਇਹ ਹੈ ਕਿ ਡਾਕਟਰ ਸਾਹਿਬ ਦੇ ਕੋਲ ਜਾਣਾ ਹੈ। ਜਿਵੇਂ ਮੈਂ ਦੱਸਿਆ, ਉਸੇ ਦਿਨ ਐਕਸ਼ਨ ਲੈਣਾ ਹੈ। ਡਾਕਟਰ ਸਾਹਿਬ ਦੇ ਕੋਲ ਜਾ ਕੇ ਉਹਨਾਂ ਦੀ ਸਲਾਹ ਦੇ ਨਾਲ ਟੀਕੇ ਲਗਵਾਉਣੇ ਹਨ। ਤੇ ਇੱਥੇ ਮੈਂ ਇੱਕ ਗੱਲ ਥੋੜੀ ਜਿਹੀ ਹੋਰ ਇਹ ਜ਼ਰੂਰ ਦੱਸਣਾ ਚਾਹੁੰਦਾ ਹਾਂ। ਕਈ ਵਾਰੀ ਸਾਡੇ ਇਹ ਧਾਰਨਾ ਹੁੰਦੀ ਹੈ ਕਿ ਭਾਈ ਟੀਕੇ ਨਹੀਂ ਲਗਵਾਉਣੇ, ਟੀਕੇ ਜਿਹੜੇ ਨੇ 14 ਟੀਕੇ ਲੱਗੂਗੇ ਜੀ, ਧੁੰਨੀ ਦੇ ਆਲੇ ਦੁਆਲੇ 14 ਟੀਕੇ ਲੱਗਦੇ ਹੈ। ਇਸ ਡਰ ਕਰਕੇ ਵੀ ਲੋਕੀ ਜਿਹੜੇ ਨੇ ਉਹ ਡਾਕਟਰ ਦੇ ਕੋਲ ਜਾਂਦੇ ਨਹੀਂ, ਜਾਂ ਬੱਚੇ ਪਹਿਲਾਂ ਹੀ ਡਰੇ ਹੋਏ ਹੁੰਦੇ ਨੇ, ਅਸੀਂ ਨਹੀਂ ਜਾਣਾ ਜੀ। ਸੋ ਉਸ ਚੱਕਰ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਇਹ ਧੁੰਨੀ ਦੇ ਆਲੇ ਦੁਆਲੇ ਕੋਈ ਵੀ 14 ਟੀਕੇ ਇਸ ਤਰ੍ਹਾਂ ਨਹੀਂ ਲੱਗਦੇ। ਜਿਹੜੇ ਟੀਕੇ ਨੇ ਡਾਕਟਰ ਦੀ ਸਲਾਹ ਦੇ ਨਾਲ ਲਗਵਾਓ। ਇਹ ਮਾਸਪੇਸ਼ੀ ਦੇ ਵਿੱਚ ਲੱਗਦੇ ਨੇ, ਬਾਂਹ ਦੀ ਮਾਸਪੇਸ਼ੀ ਦਾ ਟੀਕਾ ਜਦੋਂ ਲੱਗਦਾ ਤੇ ਉਸ ਤੋਂ ਬਾਅਦ ਜਿਹੜਾ ਹੈ ਡਾਕਟਰ ਇਹ ਵੇਖਦੇ ਨੇ ਕਿ ਜਿਹੜਾ ਜਾਨਵਰ ਨੇ ਕਿੱਥੇ ਵੱਢਿਆ ਹੈ ਤੇ ਉਸ ਹਿਸਾਬ ਨਾਲ ਇਹਦਾ ਕੋਰਸ ਚੱਲਦਾ ਹੈ। ਉਹ ਅਲੱਗ-ਅਲੱਗ ਦਿਨਾਂ ਦੇ ਸ਼ਡਿਊਲ ਬਣਾ ਕੇ ਦਿੰਦਾ ਕਿ ਇਸ ਦਿਨ ਤੇ ਟੀਕਾ ਲੱਗੇਗਾ, ਉਸ ਤੋਂ ਬਾਅਦ ਅਗਲੇ ਇੰਨੇ ਦਿਨਾਂ ਬਾਅਦ ਲੱਗੇਗਾ ਤੇ ਉਸ ਤੋਂ ਅਗਲੇ ਇੰਨੇ ਦਿਨਾਂ ਬਾਅਦ ਲੱਗੇਗਾ। ਇੱਥੇ ਵੀ ਅਸੀਂ ਇਹ ਧਿਆਨ ਦੇਣਾ ਹੈ ਕਿ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਉਸ ਤਰੀਕੇ ਦੇ ਨਾਲ ਉਹਨਾਂ ਦਿਨਾਂ ਦੇ ਉੱਤੇ ਸਾਨੂੰ ਜਿਹੜਾ ਹੈ ਟੀਕੇ ਲਗਵਾਉਣੇ ਚਾਹੀਦੇ ਹਨ। ਡਾਕਟਰ ਅਜੀਸ਼ ਜੀ, ਵੇਖੋ ਜਿਵੇਂ ਤੁਸੀਂ ਦੱਸਿਆ ਕਿ ਸਾਨੂੰ ਡਾਕਟਰੀ ਜਿਹੜੀ ਸਹੂਲਤ ਉਹ ਜਿਹੜੀ ਲੈਣੀ ਬਣਦੀ ਆ, ਪਰ ਕਈ ਵਾਰ ਹੁੰਦਾ ਕੀ ਆ ਕਿ ਸਾਡੇ ਅਜੇ ਵੀ ਭਾਈਚਾਰਾ ਜਿਹੜਾ ਨਾ ਉਹ ਉਹਨਾਂ ਜਾਗਰੂਕ ਨਹੀਂ ਗਾ ਹੈਗਾ। ਤੇ ਕਈ ਵਾਰੀ ਇਹ ਹੁੰਦਾ ਜੀ, ਕਿਸੇ ਨੇ ਕਹਿਤਾ ਜੀ ਇਹਦੇ ਤੇ ਲਾਲ ਮਿਰਚਾਂ ਧੂੜ ਦਿਓ, ਠੀਕ ਹੈ ਜੀ। ਕਈ ਵਾਰੀ ਇਹ ਕਹਿਤਾ ਜਾਂਦਾ ਜੀ ਫਾਂਡਾ ਕਰਾ ਲਿਆਓ, ਠੀਕ ਹੈ। ਇਹੋ ਜਿਹੇ ਅਜੇ ਵੀ ਜਿਹੜੇ ਆ ਨਾ ਸਾਡੇ ਕਈ ਤਰੀਕੇ ਦੇ ਭਰਮ ਜਿਹੜੇ ਆ ਉਹ ਚੱਲਦੇ ਆ। ਇਹਦੇ ਸੰਬੰਧੀ ਜਿਹੜਾ ਤੁਸੀਂ ਸਪਸ਼ਟ ਕਰੋ ਕਿ ਕਈ ਵਾਰੀ ਇਹੋ ਜਿਹੀਆਂ ਜਿਹੜੀਆਂ ਗੱਲਾਂ ਉਹਦੇ 'ਚ ਇੱਕ ਤਾਂ ਕਿਸਾਨ ਵੀਰ ਦਾ ਪਸ਼ੂ ਜਿਹੜਾ ਉਹਦਾ ਕੋਈ ਨੁਕਸਾਨ ਹੋਏ ਜਾਂ ਅਸੀਂ ਕੋਈ ਗਲਤੀ ਕਰ ਬੈਠੀਏ, ਉਹਦੇ ਸੰਬੰਧੀ ਸਾਡੇ ਕਿਸਾਨ ਵੀਰਾਂ ਨੂੰ ਜਿਹੜਾ ਪੂਰਾ ਜਾਗਰੂਕ ਕਰੋ। ਹਾਂਜੀ। ਦੇਖੋ ਜੀ, ਇਹ ਜਿਹੜੀਆਂ ਧਾਰਨਾਵਾਂ ਨੇ ਇਹ ਬਿਲਕੁਲ ਗਲਤ ਨੇ। ਆਪਾਂ ਆਮ ਕਰਕੇ ਜਿਵੇਂ ਤੁਸੀਂ ਵੀ ਦੱਸਿਆ ਕਿ ਇਹ ਵੇਖਦੇ ਹਾਂ ਕਿ ਹੁੰਦਾ ਕੀ ਹੈ ਕਿ ਜਦੋਂ ਕੁੱਤਾ ਵੱਢ ਜਾਂਦਾ ਹੈ ਉਹ ਤੇਲ ਗਰਮ ਕਰਕੇ ਮਿਰਚਾਂ ਪਾ ਕੇ ਲਾਲ ਉਹਦੇ ਵਿੱਚ ਤੇ ਕਹਿੰਦੇ ਆ ਕਿ ਜ਼ਖਮ ਤੇ ਲਾ ਲਓ। ਪਰ ਇਦਾਂ ਕਰਨ ਦੇ ਨਾਲ ਜਿਹੜਾ ਵਿਸ਼ਾਣੂ ਹੈ ਉਹ ਤੇ ਕੋਈ ਅਸਰ ਨਹੀਂ ਹੋਣਾ ਜੀ। ਇਹਦੇ ਨਾਲ ਆਪਾਂ ਗਲਤ ਧਾਰਨਾਵਾਂ 'ਚ ਫਸ ਕੇ ਸਗੋਂ ਆਪਣਾ ਨੁਕਸਾਨ ਕਰਾ ਬੈਠਦੇ ਹਾਂ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿਉਂਕਿ ਜਿੰਨੀ ਛੇਤੀ ਐਕਸ਼ਨ ਲਵਾਂਗੇ ਉਨੀ ਛੇਤੀ ਹੀ ਬਚਾਅ ਹੈਗਾ। ਠੀਕ ਹੈ ਜੀ। ਕਿਉਂਕਿ ਜੇ ਲੱਛਣ ਆ ਗਏ ਤੇ ਫਿਰ ਮੌਤ ਬਿਲਕੁਲ ਸੰਭਵ ਹੈ, ਉਹ ਤੋਂ ਬਚਾਅ ਨਹੀਂ ਹੋ ਸਕਦਾ। ਸੋ ਇਹ ਮਿਰਚਾਂ ਲਾ ਲਈਆਂ, ਜਾਂ ਕਈ ਵਾਰੀ ਲੋਕੀ ਕੀ ਕਰਦੇ ਨੇ ਆਪਣਾ ਚਾਹ ਪੱਤੀ ਲਾ ਲੈਂਦੇ, ਕਈ ਚੂਨਾ ਲਾ ਲੈਂਦੇ ਆ ਜੀ ਇਹਦੇ ਉੱਤੇ, ਜਾਂ ਕਈ ਵਾਰੀ ਇਹ ਵੇਖਿਆ ਗਿਆ ਕਿ ਫਾਂਡਾ ਕਰਾਉਂਦੇ ਹੈਗੇ ਆ। ਇਹ ਧਾਰਨਾਵਾਂ ਦੇ ਵਿੱਚ ਬਿਲਕੁਲ ਨਾ ਪੈ ਕੇ ਆਪਣਾ ਜਿਹੜੀਆਂ ਮੈਂ ਤੁਹਾਨੂੰ 3 ਸਟੈਪ ਦੱਸੇ ਨੇ, ਸਭ ਤੋਂ ਪਹਿਲਾਂ 15 ਮਿੰਟ ਵਗਦੇ ਪਾਣੀ ਹੇਠ ਚੰਗੀ ਤਰ੍ਹਾਂ ਜ਼ਖਮ ਨੂੰ ਧੋਣਾ ਹੈ ਜੀ। ਦੂਜੇ ਨੰਬਰ ਤੇ ਕੋਈ ਐਂਟੀਸੈਪਟਿਕ ਕਰੀਮ ਲਗਾ ਕੇ, ਤੀਜੇ ਨੰਬਰ ਤੇ ਡਾਕਟਰ ਦੀ ਸਲਾਹ ਦੇ ਨਾਲ ਆਪਾਂ ਟੀਕਾਕਰਨ ਕਰਵਾਉਣਾ ਹੈ ਤੇ ਜਿਵੇਂ ਜਿਵੇਂ ਡਾਕਟਰ ਦੱਸਦਾ ਹੈ ਉਹਨਾਂ ਦਿਨਾਂ ਦੇ ਉੱਤੇ ਟੀਕੇ ਲਗਵਾਉਣੇ ਹਨ। ਕਿਸਾਨ ਵੀਰੋ, ਇਸ ਗੱਲ ਦਾ ਖਿਆਲ ਰੱਖੋ
ਕਿ ਜੇ ਦੁਨੀਆ ਤਰੱਕੀ ਕਰ ਰਹੀ ਹੈ ਤੇ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਵਿਗਿਆਨ ਦਾ ਵੀ ਹੈ। ਤੇ ਜਦੋਂ ਅਸੀਂ ਵਿਗਿਆਨੀਆਂ ਦੀਆਂ ਸਿਫਾਰਸ਼ਾਂ ਸਲਾਹਾਂ ਜਿਹੜੀਆਂ ਉਹ ਮੰਨਦੇ ਆ ਤਾਂ ਸਾਨੂੰ ਪੱਕੇ ਤੌਰ ਤੇ ਜਿਹੜਾ ਉਹਦਾ ਫਾਇਦਾ ਹੁੰਦਾ ਹੈ। ਇਸ ਕਰਕੇ ਜਿਵੇਂ ਸਾਡੇ ਮਾਹਰ ਸਿਫਾਰਸ਼ਾਂ ਦਿੰਦੇ ਨੇ, ਇਹਨਾਂ ਨੂੰ ਜ਼ਰੂਰ ਧਿਆਨ 'ਚ ਰੱਖਿਆ ਕਰੋ ਤੇ ਅਸੀਂ ਆਪਣੇ ਜਿਹੜੇ ਕੋਈ ਘਰੇਲੂ ਓੜ ਪੋੜ ਜਾਂ ਇਹੋ ਜਿਹੀਆਂ ਚੀਜ਼ਾਂ ਜਿੱਥੋਂ ਤੱਕ ਤੇ ਕੋਈ ਛੋਟੀਆਂ-ਮੋਟੀਆਂ ਵਿਪਤਾਵਾਂ ਹੋਣ ਉੱਥੋਂ ਤੱਕ ਤਾਂ ਅਸੀਂ ਚਲੋ ਕਰ ਸਕਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਇਹੋ ਜਿਹੀਆਂ ਜਿਹੜੇ ਉਹ ਸਾਡੇ ਆਯੁਰਵੇਦ ਦੇ ਵਿੱਚ ਹੀ ਆਉਂਦਾ, ਪਰ ਇੱਥੇ ਜਿਹੜਾ ਜਦੋਂ ਸਾਡੀ ਜਾਨ ਨਾਲ ਜਿਹੜੇ ਸੰਬੰਧਿਤ ਗੱਲ ਹੋਏ ਉੱਥੋਂ ਇਹ ਖਿਆਲ ਰੱਖਣ ਦੀ ਲੋੜ ਆ ਕਿ ਅਸੀਂ ਜੋ ਕੁਝ ਕਰਨਾ ਉਹ ਵਿਗਿਆਨਕ ਵਿਧੀ ਜਿਹੜੀ ਉਹਦੇ ਮੁਤਾਬਕ ਹੀ ਕਰਨਾ। ਹੁਣ ਡਾਕਟਰ ਸਾਹਿਬ ਕਈ ਵਾਰ ਜਿਵੇਂ ਸਾਡਾ ਕਿਸਾਨ ਵੀਰ ਆ, ਉਹਨੂੰ ਕਈ ਵਾਰ ਸਮਝ ਨਹੀਂ ਆਉਂਦੀ ਇਸ ਗੱਲ ਦੀ ਕਿ ਮੈਂ ਇਸ ਦੇ ਇਲਾਜ ਦੇ ਵਾਸਤੇ ਜਾਵਾਂ ਕਿੱਥੇ। ਛੋਟੀਆਂ ਡਿਸਪੈਂਸਰੀਆਂ ਦੇ ਵਿੱਚ ਕੀ ਇਲਾਜ ਸੰਭਵ ਹੈ ਕਿ ਕੀ ਉਹਨੂੰ ਜ਼ਿਲ੍ਹੇ ਦੇ ਕਿਸੇ ਹਸਪਤਾਲ 'ਚ ਜਾਣ ਦੀ ਲੋੜ ਆ ਕਿ ਕੀ ਉਹਨੂੰ ਜਿਹੜਾ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦਾ ਜਿਹੜਾ ਵੱਡਾ ਹਸਪਤਾਲ ਆ ਉੱਥੇ ਲਿਆਉਣਾ ਚਾਹੀਦਾ। ਕਿਸ ਤਰੀਕੇ ਦੇ ਨਾਲ ਜਿਹੜਾ ਕਿਸਾਨ ਵੀਰ ਜਿਹੜਾ ਉਸ ਵੇਲੇ ਆਪਣਾ ਜਿਹੜਾ ਵਾ ਉਹ ਅੱਗੇ ਵਧੇ। ਦੇਖੋ ਜੀ ਇਹਦੇ ਵਿੱਚ ਤਾਂ ਇਹ ਗੱਲ ਹੈ ਜੀ, ਦੇਖੋ ਪਹਿਲੀ ਗੱਲ ਕਿ ਜਦੋਂ ਕਦੀ ਕੁੱਤਾ ਕੋਈ ਵੱਢ ਜਾਂਦਾ ਹੈ ਜਾਂ ਇਸ ਤਰ੍ਹਾਂ ਦੀ ਕੋਈ ਝੱਗ ਨਿਕਲਦੀ ਹੈ ਤੇ ਆਪਣੇ ਜਿਹੜੇ ਨੇੜੇ ਦੇ ਵੈਟਰਨਰੀ ਡਾਕਟਰ ਸਾਹਿਬ ਜਿਨ੍ਹਾਂ ਨਾਲ ਤੁਹਾਡਾ ਪਹਿਲਾਂ ਤੋਂ ਰਾਬਤਾ ਹੁੰਦਾ ਹੈ ਉਹਨਾਂ ਨਾਲ ਸੰਪਰਕ ਕਰਕੇ ਆਪਣਾ ਅੱਗੇ ਵਧਣਾ ਚਾਹੀਦਾ ਹੈ। ਪਹਿਲੀਆਂ ਫਸਟ ਏਡ ਦੀਆਂ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਹਨ ਉਹ ਕਰ ਲੈਣੀਆਂ ਚਾਹੀਦੀਆਂ ਹਨ, ਪਰ ਉਹਦੇ ਦੌਰਾਨ ਵੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਜਿਹੜਾ ਜਦੋਂ ਪਸ਼ੂ ਮਰ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਟੈਸਟਿੰਗ ਦੀ ਗੱਲ ਕਰੀਏ ਕਿ ਉਹਨੂੰ ਪੱਕੀ ਤਰ੍ਹਾਂ ਕਹਿਣ ਦੇ ਲਈ ਕਿ ਇਹ ਅਲਾਮਤਾਂ ਦੇ ਸਿਰ ਦੇ ਉੱਤੇ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਇਹ ਹੋ ਸਕਦਾ ਹੈ, ਪਰ ਉਹਦਾ ਪੱਕੀ ਤਰ੍ਹਾਂ ਟੈਸਟਿੰਗ ਦੇ ਲਈ ਜਿਹੜੇ ਇਹਦੇ ਸੈਂਪਲ ਨੇ ਇਹ ਯੂਨੀਵਰਸਿਟੀ ਦੇ ਵਿੱਚ ਟੈਸਟ ਕੀਤੇ ਜਾਂਦੇ ਹਨ ਜੀ। ਤੇ ਜਿਹੜੇ ਉੱਥੇ ਦੇ ਵੈਟਰਨਰੀ ਡਾਕਟਰ ਸਾਹਿਬ ਦੇ ਥਰੂ ਯੂਨੀਵਰਸਿਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਆਪ ਵੀ ਯੂਨੀਵਰਸਿਟੀ ਦੇ ਨਾਲ ਸੰਪਰਕ ਕਰਕੇ ਉਹ ਟੈਸਟਿੰਗ ਜਿਹੜੀ ਹੈਗੀ ਆ ਉਹ ਕਰਵਾਈ ਜਾ ਸਕਦੀ ਹੈ। ਡਾਕਟਰ ਸਾਹਿਬ ਹੁਣ ਇੱਕ ਇਹ ਵੀ ਗੱਲ ਜਿਹੜੀ ਜ਼ਰੂਰ ਦੱਸੋ, ਵੇਖੋ ਜਦੋਂ ਕਿਤੇ ਮਾਹਰਾਂ ਕੋਲ ਆਈਏ ਤਾਂ ਇਹ ਹੁੰਦਾ ਵੀ ਵੱਧ ਤੋਂ ਵੱਧ ਜਿਹੜਾ ਵਾ ਕੋਈ ਗਿਆਨ ਜਿਹੜਾ ਲੈ ਜਾਇਆ ਜਾਏ ਤੇ ਸਾਡੇ ਕਿਸਾਨ ਵੀ ਜਿਹੜੇ ਉਸ ਗਿਆਨ ਨੂੰ ਜਿਹੜਾ ਫਾਇਦਾ ਲੈਣ। ਤੁਸੀਂ ਜਿਹੜੀਆਂ ਦੂਜੀਆਂ ਬਿਮਾਰੀਆਂ ਦੀ ਗੱਲ ਕਰਦੇ ਜੇ ਕਿ ਪਸ਼ੂਆਂ ਤੋਂ ਹੋਰ ਮਨੁੱਖਾਂ ਨੂੰ ਵੀ ਹੋ ਸਕਦੀਆਂ ਤਾਂ ਕਿ ਸਾਡਾ ਪਸ਼ੂ ਪਾਲਕ ਵੀਰ ਹੋਰ ਚੇਤਨ ਰਹੇ, ਉਹ ਕਿਹੜੀਆਂ-ਕਿਹੜੀਆਂ ਇਹੋ ਜਿਹੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਸੰਬੰਧੀ ਜਿਹੜਾ ਵਾ ਉਹ ਸਾਨੂੰ ਜਿਹੜਾ ਧਿਆਨ ਰੱਖਣ ਦੀ ਲੋੜ ਹੈ? ਦੇਖੋ ਜੀ, ਇਹ ਤੋਂ ਇਲਾਵਾ ਹਲਕਾਅ ਦੀ ਬਿਮਾਰੀ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ, ਪਰ ਉਹ ਤੋਂ ਥੋੜਾ ਜਿਹਾ ਮੈਂ ਇੱਕ ਦੋ ਗੱਲਾਂ ਹੋਰ ਦੱਸਣੀਆਂ ਚਾਹੁੰਦਾ ਹਲਕਾਅ ਦੀ ਬਿਮਾਰੀ ਬਾਰੇ, ਕਿਉਂਕਿ ਜੇ ਆਪਾਂ ਬਚਾਅ ਦੀ ਗੱਲ ਕਰਦੇ ਪਏ ਆ ਤੇ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਉਹਦਾ ਧਿਆਨ ਰੱਖਣਾ। ਉਸ ਤੋਂ ਇਲਾਵਾ ਜਿਹੜੇ ਲੋਕੀ ਆਪਣਾ ਕੁੱਤੇ ਰੱਖਦੇ ਹਨ ਜਾਂ ਡੌਗਸ ਰੱਖਦੇ ਹਨ ਉਹਨਾਂ ਦੀ ਵੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਜਿਹੜੇ ਹੈਗੇ ਆ ਡੌਗਸ ਉਹਨਾਂ ਕੁੱਤਿਆਂ ਦਾ ਜਿਹੜਾ ਟੀਕਾਕਰਨ ਕਰਾਉਣ ਤਾਂ ਕਿ ਇਹ ਬਿਮਾਰੀ ਨਾ ਲੱਗੇ। ਨਾ ਸਿਰਫ ਇਹ ਬਿਮਾਰੀ ਕਰਕੇ ਦੂਜੀਆਂ ਬਿਮਾਰੀਆਂ ਤੋਂ ਵੀ ਬਚਾਅ ਰੱਖਣ। ਸੋ ਹਲਕਾਅ ਦੀ ਬਿਮਾਰੀ ਦੇ ਟੀਕੇ ਲਗਵਾਓ। ਕਈ ਵਾਰੀ ਅਸੀਂ ਇਹ ਵੀ ਵੇਖਦੇ ਆ ਕਿ ਜਿਹੜੀ ਹਲਕਾਅ ਦੀ ਬਿਮਾਰੀ ਹੈਗੀ ਆ ਉਹ ਆਪਾਂ ਪੁੱਛਦੇ ਆ ਉਹਨਾਂ ਨੂੰ, ਕਹਿੰਦਾ ਕਿ ਮੈਂ ਟੀਕਾ ਲਗਵਾਇਆ, ਪਰ ਜਦੋਂ ਆਪਾਂ ਡਿਟੇਲ 'ਚ ਗੱਲ ਕਰਦੇ ਆ ਉਹਨਾਂ ਨੇ ਅਗਲੇ ਸਾਲ ਉਹਦੀ ਬੂਸਟਰ ਡੋਜ਼ ਨਹੀਂ ਲਵਾਈ ਹੁੰਦੀ। ਉਹ ਵੀ ਬਹੁਤ ਜ਼ਰੂਰੀ ਹੈ। ਇਹ ਨਹੀਂ ਕਿ ਤੁਸੀਂ ਟੀਕੇ ਲਗਵਾ ਲਏ ਪਹਿਲੇ ਸਾਲ ਤੇ ਉਸ ਤੋਂ ਬਾਅਦ ਅਗਲੇ ਸਾਲ ਟੀਕੇ ਨਹੀਂ ਲਗਵਾਏ। ਸੋ ਇਹ ਧਿਆਨ ਰੱਖਣਾ ਕਿ ਟੀਕੇ ਹਰ ਸਾਲ ਲਗਵਾਉਂਦੇ ਰਹਿਣੇ ਚਾਹੀਦੇ ਆ ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਹੁਣ ਅਗਲੀ ਗੱਲ ਥੋੜੀ ਜਿਹੀ ਇੱਥੇ ਇੱਕ ਹੋਰ ਦੱਸਣੀ ਚਾਹੁੰਦਾ ਵਾਂ ਕਿ ਜਿਹੜੇ ਛੋਟੇ ਬੱਚੇ ਹੁੰਦੇ ਆ, ਕਿਉਂਕਿ ਭਾਰਤ ਦੇ ਵਿੱਚ ਇਹ ਨੋਟ ਕੀਤਾ ਗਿਆ ਕਿਉਂਕਿ ਸਭ ਤੋਂ ਵਰਲਡ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਸੰਸਾਰ ਭਰ ਦੇ ਵਿੱਚ ਸਭ ਤੋਂ ਵੱਧ ਇਸ ਬਿਮਾਰੀ ਕਰਕੇ ਜਿਹੜੀਆਂ ਮੌਤਾਂ ਨੇ ਉਹ ਸਾਡੇ ਮੁਲਕ ਦੇ ਵਿੱਚ ਨੋਟ ਕੀਤੀਆਂ ਗਈਆਂ ਮਨੁੱਖਾਂ ਦੇ ਵਿੱਚ ਤੇ ਜ਼ਿਆਦਾਤਰ ਜਿਹੜੇ ਇਸ ਬਿਮਾਰੀ ਦੇ ਸ਼ਿਕਾਰ ਛੋਟੇ ਬੱਚੇ ਬਣਦੇ ਨੇ 15 ਸਾਲ ਦੀ ਘੱਟ ਉਮਰ ਤੋਂ ਦੇ ਬੱਚੇ। ਸੋ ਸਾਡਾ ਇੱਕ ਇਹ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇਹ ਜਾਣਕਾਰੀ ਦਈਏ ਕਿ ਭਾਈ ਇਹ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ, ਜਾਂ ਘੱਟੋ ਘੱਟ ਇਹ ਸਮਝਾਈਏ ਕਿ ਜੇ ਕੋਈ ਬਾਹਰੋਂ ਕੁੱਤਾ ਵੱਢ ਦਿੰਦਾ ਹੈ ਤੇ ਘਰ ਆ ਕੇ ਜ਼ਰੂਰ ਦੱਸਣ ਤਾਂ ਕਿ ਇਹ ਛੇਤੀ ਤੋਂ ਛੇਤੀ ਇਸ ਬਿਮਾਰੀ ਦਾ ਇਲਾਜ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਬੱਚਿਆਂ ਨੂੰ ਜਾਂ ਸਾਨੂੰ ਆਪ ਵੀ ਚਾਹੀਦਾ ਹੈ ਕਿ ਅਸੀਂ ਕੁੱਤਿਆਂ ਦੇ ਨਾਲ ਬਿਨਾਂ ਮਤਲਬ ਤੋਂ ਛੇੜਖਾਨੀ ਨਾ ਕਰੀਏ। ਕੁੱਤਾ ਸੋ ਰਿਹਾ ਹੈ, ਅਸੀਂ ਉਹਦੇ ਨਾਲ ਕਈ ਵਾਰੀ ਬੱਚੇ ਪੰਗੇ ਲੈਣ ਲੱਗ ਪੈਂਦੇ ਨੇ, ਕੁੱਤੇ ਉੱਤੇ ਬੈਠ ਜਾਂਦੇ ਨੇ ਜਾਂ ਬਿਨਾਂ ਮਤਲਬ ਤੋਂ ਪੱਥਰ ਮਾਰ ਦਿੰਦੇ ਨੇ ਜਾਂ ਸੋਟੀ ਮਾਰ ਦਿੰਦੇ ਨੇ। ਇੱਦਾਂ ਦੇ ਕੰਮ ਬਿਲਕੁਲ ਨਹੀਂ ਕਰਨੇ। ਜਾਂ ਕੋਈ ਆਪਣਾ ਫੀਮੇਲ ਜਿਹੜੀ ਕੁੱਤੀ ਜਿਹੜੀ ਹੈਗੀ ਆ ਬੱਚਿਆਂ ਨੂੰ ਦੁੱਧ ਪਿਆ ਰਹੀ ਹੈਗੀ ਆ, ਉਹਨਾਂ ਨਾਲ ਜਾ ਕੇ ਬੱਚੇ ਚੱਕਣ ਲੱਗ ਪੈਂਦੇ ਆ। ਇਹੋ ਜਿਹੇ ਕੰਮ ਨਾ ਕਰੋ ਤਾਂ ਕਿ ਉਹ ਵੱਢਣ ਨਾ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਇਹ ਸਾਰੀਆਂ ਸਾਵਧਾਨੀਆਂ ਤੋਂ ਇਲਾਵਾ ਜਿਹੜੇ ਆਪਣੇ ਵੈਟਰਨਰੀ ਡਾਕਟਰ ਨੇ ਉਹਨਾਂ ਦੀ ਸਲਾਹ ਸਮੇਂ-ਸਮੇਂ ਸਿਰ ਜ਼ਰੂਰ ਲਵੋ। ਤੇ ਜਦੋਂ ਵੀ ਤੁਸੀਂ ਇਹ ਵੇਖਦੇ ਹੋ ਕਿ ਜਿਹੜਾ ਸਾਡਾ ਆਪਾਂ ਜਾਨਵਰ ਰੱਖਿਆ ਹੈ, ਪਸ਼ੂ ਰੱਖਿਆ ਹੈ, ਉਹਦੇ ਵਿੱਚ ਜਿਹੜੀਆਂ ਉਹਦਾ ਬਿਹੇਵੀਅਰ ਆ ਉਹ 'ਚ ਕੋਈ ਚੇਂਜ ਆ ਰਹੀ ਹੈ, ਉਹ ਜ਼ਰੂਰ ਨੋਟ ਕਰੀਏ। ਕਈ ਵਾਰੀ ਸਾਡਾ ਕੁੱਤਾ ਜਿਹੜਾ ਹੈਗਾ ਸ਼ਾਂਤ ਕੁੱਤਾ ਹੁੰਦਾ ਪਰ ਉਹ ਇੱਕਦਮ ਭੜਕਾਹਟ ਵਾਲਾ ਹੋ ਜਾਂਦਾ ਹੈ, ਜਾਂ ਜਿਹੜਾ ਸਾਡਾ ਕੁੱਤਾ ਹੁੰਦਾ ਉਹਦੀ ਨੇਚਰ ਅਗਰੈਸਿਵ ਹੁੰਦੀ ਹੈ ਪਰ ਉਹ ਸ਼ਾਂਤ ਰਹਿਣ ਲੱਗ ਪੈਂਦਾ ਹੈ। ਇਹ ਵੀ ਇੱਕ ਨਿਸ਼ਾਨੀ ਹੈ ਜਿਹੜੀ ਸਾਨੂੰ ਦੱਸਦੀ ਹੈ ਕਿ ਆਪਾਂ ਛੇਤੀ ਤੋਂ ਛੇਤੀ ਡਾਕਟਰ ਸਾਹਿਬ ਨਾਲ ਸਲਾਹ ਕਰੀਏ। ਸੋ ਇਹ ਸਾਰੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ
ਤੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਪੁੱਛਿਆ ਸੀ ਜੀ। ਕਿ ਕਿਹੜੀਆਂ ਹੋਰ ਬਿਮਾਰੀਆਂ ਨੇ ਜੀ। ਜਿਹੜੀਆਂ ਕਿ ਪਸ਼ੂਆਂ ਦੇ ਵਿੱਚ ਲੱਗ ਸਕਦੀਆਂ ਨੇ, ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਜੀ ਆਪਣੀਆਂ, ਜਿਵੇਂ ਕਿ ਬਰੂਸੇਲੋਸਿਸ ਹੋ ਗਈ, ਟਿਊਬਰਕਲੋਸਿਸ ਹੋ ਗਈ, ਜੀ ਜਾਂ ਹੋਰ ਕਈ ਬਿਮਾਰੀਆਂ ਨੇ ਜਿਹੜੀਆਂ ਕਿ ਪਸ਼ੂਆਂ ਤੋਂ ਜੀ। ਮਨੁੱਖਾਂ ਨੂੰ ਲੱਗ ਸਕਦੀਆਂ ਨੇ। ਜੀ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਹ ਬਿਮਾਰੀਆਂ ਤੋਂ ਬਚਾਅ ਰੱਖੀਏ, ਸਾਵਧਾਨੀਆਂ ਰੱਖੀਏ ਤਾਂ ਕਿ ਇਹ ਬਿਮਾਰੀਆਂ ਤੋਂ ਬਚ ਸਕੀਏ। ਡਾਕਟਰ ਰਜੀਸ਼ ਜੀ, ਫਿਰ ਜਿਹੜੀਆਂ ਇਹ ਤੁਸੀਂ ਬਿਮਾਰੀਆਂ ਕੁਝ ਹੋਰ ਵੀ ਜ਼ਿਕਰ ਕੀਤਾ ਹੈ ਹਾਂਜੀ, ਹਾਂਜੀ। ਕਿ ਜਿਹੜੀਆਂ ਪਸ਼ੂਆਂ ਤੋਂ ਮਨੁੱਖਾਂ ਨੂੰ ਹੋ ਸਕਦੀਆਂ, ਹਾਂਜੀ। ਫਿਰ ਇਹਨਾਂ ਸੰਬੰਧੀ ਜਿਹੜਾ ਵਾ ਉਹ ਸਾਡਾ ਇੱਕ ਆਮ ਜਿਹੜਾ ਸ਼ਹਿਰੀ ਆ ਹਾਂਜੀ। ਉਹਨੂੰ ਕਿਸ ਤਰੀਕੇ ਨਾਲ, ਜਾਂ ਸਾਡਾ ਕਿਸਾਨ ਹੈ ਜਿਹੜਾ ਹਾਂਜੀ। ਉਹਨੂੰ ਕਿਵੇਂ ਜਿਹੜਾ ਉਹ ਖਿਆਲ ਰੱਖਣ ਦੀ ਲੋੜ ਹੈ, ਕਿਵੇਂ ਉਹ ਇਹਨਾਂ ਚੀਜ਼ਾਂ ਨੂੰ ਬਚਾ ਰੱਖੇ? ਹਾਂਜੀ ਹਾਂਜੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਹਲਕਾਅ ਤੋਂ ਇਲਾਵਾ ਵੀ ਹੋਰ ਕਈ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਕਿ ਮਨੁੱਖਾਂ ਨੂੰ ਲੱਗ ਸਕਦੀਆਂ ਹਨ। ਜਿਵੇਂ ਪਹਿਲਾਂ ਵੀ ਦੱਸਿਆ, ਇਹ ਜ਼ੂਨੋਟਿਕ ਬਿਮਾਰੀਆਂ ਹੁੰਦੀਆਂ ਹਨ ਜੀ। ਜੀ। ਤੇ ਇਹਦੇ ਵਿੱਚ ਦੇਖੋ ਜੀ, ਆਪਾਂ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਪਰਹੇਜ਼ ਚੰਗਾ। ਜੀ, ਜੀ। ਤਾਂ ਸਾਨੂੰ ਸਾਵਧਾਨੀਆਂ ਦੇ ਨਾਲ ਅੱਗੇ ਵਧਣਾ ਚਾਹੀਦਾ। ਜਿਵੇਂ ਕਿ ਮੈਂ ਤੁਹਾਨੂੰ ਕੁਝ ਕੁ ਸਾਵਧਾਨੀਆਂ ਦੱਸ ਦਿੰਦਾ ਹਾਂ। ਜੀ। ਸਭ ਤੋਂ ਪਹਿਲਾਂ ਤਾਂ ਜਦੋਂ ਵੀ ਅਸੀਂ ਆਪਣਾ ਪਸ਼ੂ ਦੀ ਦੇਖ ਰੇਖ ਕਰਦੇ ਹਾਂ, ਬੜੇ ਹੀ ਸੁਚੱਜੇ ਢੰਗ ਨਾਲ ਕਰੀਏ। ਉਹਦਾ ਜਿਹੜਾ ਆਪਣਾ ਨਿਊਟ੍ਰੀਸ਼ਨ ਹੈ ਉਹ ਆਪਣਾ ਵਧੀਆ ਹੋਣਾ ਚਾਹੀਦਾ ਹੈ। ਉਸ ਦਾ ਸਮੇਂ ਤੇ ਜਿਹੜਾ ਆਪਾਂ ਟੀਕਾਕਰਨ ਕਰਵਾਉਣਾ ਹੈ ਉਹ ਵੀ ਸਮੇਂ ਸਿਰ ਕਰਵਾਉਣਾ ਚਾਹੀਦਾ ਹੈ। ਜੀ। ਸਮੇਂ ਸਿਰ ਉਹਨਾਂ ਨੂੰ ਜਿਹੜਾ ਆਪਣਾ ਪੇਟ ਦੇ ਕੀੜੇ ਮਾਰਨ ਵਾਲੀਆਂ ਦਵਾਈਆਂ ਜਿਹੜੀਆਂ ਹੈ ਉਹ ਦੇਣੀਆਂ ਚਾਹੀਦੀਆਂ ਹਨ। ਜੀ। ਇਸ ਤੋਂ ਇਲਾਵਾ ਉਹਨਾਂ ਦੇ ਆਸੇ-ਪਾਸੇ ਦੀ ਸਾਨੂੰ ਸਾਫ਼ ਸਫਾਈ ਰੱਖਣੀ ਚਾਹੀਦੀ ਹੈ। ਜਿੰਨਾ ਵਾਤਾਵਰਣ ਸਾਫ਼ ਸੁਥਰਾ ਹੋਏਗਾ ਜੀ। ਉਨਾ ਹੀ ਅਸੀਂ ਬਿਮਾਰੀਆਂ ਤੋਂ ਬਚੇ ਰਵਾਂਗੇ। ਇਸ ਤੋਂ ਇਲਾਵਾ ਸਾਨੂੰ ਆਪਣੀ ਨਿੱਜੀ ਸਾਫ਼ ਸਫਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜੀ। ਅਸੀਂ ਪਸ਼ੂਆਂ ਦੇ ਨਾਲ ਮੰਨ ਲਓ ਉਹਨਾਂ ਦੀ ਟ੍ਰੀਟਮੈਂਟ ਜਾਂ ਦੇਖਭਾਲ ਕਰਕੇ ਹਟੇ ਆ, ਸਾਨੂੰ ਆਪਣੇ ਹੱਥਾਂ ਨੂੰ ਧੋਣਾ ਚਾਹੀਦਾ ਹੈ। ਇਹ ਨਹੀਂ ਕਿ ਬਿਨਾਂ ਹੱਥ ਧੋਤੇ ਕੁਝ ਵੀ ਆਪਾਂ ਖਾਣ ਪੀਣ ਲੱਗ ਪਈਏ। ਜੀ, ਸੋ ਪਹਿਲਾਂ ਆਪਾਂ ਹੱਥਾਂ ਨੂੰ ਧੋਣਾ ਚਾਹੀਦਾ ਹੈ। ਉਸ ਤੋਂ ਇਲਾਵਾ ਸਾਨੂੰ ਵੀ ਆਪਣੀ ਸਮੇਂ-ਸਮੇਂ ਸਿਰ ਜਿਹੜੀ ਹੈ ਡੀਵਰਮਿੰਗ ਕਰਵਾਉਣੀ ਚਾਹੀਦੀ ਹੈ, ਜੀ। ਜਾਂ ਆਪਾਂ ਨੂੰ ਇਹ ਬਿਮਾਰੀਆਂ ਬਾਰੇ ਜਿਹੜਾ ਹੈ ਜਾਗਰੂਕ ਰਹਿਣਾ ਚਾਹੀਦਾ ਹੈ। ਜੀ। ਸੋ ਇਸ ਤੋਂ ਇਲਾਵਾ ਕੁਝ ਗੱਲਾਂ ਹੋਰ ਵੀ ਹਨ ਜਿਹੜੀਆਂ ਕਿ ਆਪਾਂ ਜਿਹਨਾਂ ਕਰਕੇ ਸਾਵਧਾਨੀਆਂ ਦਾ ਕਰਕੇ ਅਸੀਂ ਇਹਨਾਂ ਚੀਜ਼ਾਂ ਤੋਂ ਜਾਂ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਉਹ ਇਹ ਹਨ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਾਂ ਨੂੰ ਚਾਹੀਦਾ ਹੈ ਕਿ ਇਸ ਬਿਮਾਰੀ ਬਾਰੇ ਜਾਗਰੂਕ ਹੋਈਏ। ਜੀ। ਠੀਕ ਹੈ ਜੀ। ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਦੱਸ ਦਿੰਦਾ। ਜੀ। ਸਤੰਬਰ 28 ਨੂੰ ਜਿਹੜਾ ਹੈ ਰੇਬੀਜ਼ ਵਰਲਡ ਰੇਬੀਜ਼ ਡੇ ਮਨਾਇਆ ਜਾਂਦਾ ਹਰ ਸਾਲ। ਜੀ। ਉਹਨਾਂ ਦੌਰਾਨ ਅਸੀਂ ਕੈਂਪ ਵੀ ਲਗਾਉਂਦੇ ਹਾਂ ਜੀ, ਜੀ। ਤਾਂ ਕਿ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਜਾਵੇ। ਇਸ ਤੋਂ ਇਲਾਵਾ ਕੈਂਪ ਲਗਾਏ ਜਾਂਦੇ ਹਨ ਜਿਹਦੇ ਵਿੱਚ ਡੌਗਸ ਦੀ ਜਿਹੜੀ ਹੈਗੀ ਆ ਵੈਕਸੀਨੇਸ਼ਨ ਕੀਤੀ ਜਾਂਦੀ ਹੈ, ਟੀਕਾਕਰਨ ਕੀਤਾ ਜਾਂਦਾ ਹੈ, ਤਾਂ ਕਿ ਵੱਧ ਤੋਂ ਵੱਧ ਡੌਗਸ ਦੇ ਜਿਹੜੇ ਓਨਰਸ ਨੇ ਜਾਂ ਜਿਹੜੀ ਆਮ ਪਬਲਿਕ ਹੈ ਉਹਨਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਦੀਆਂ ਤਰੀਕੇ ਦੱਸੇ ਜਾ ਸਕਣ। ਜੀ। ਤੋ ਇਹ ਸਾਰੀਆਂ ਗੱਲਾਂ ਦਾ ਆਪਾਂ ਧਿਆਨ ਰੱਖ ਸਕਦੇ ਹਾਂ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਪਸ਼ੂਆਂ ਜਾਂ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਕੁੱਤੇ ਰੱਖੇ ਹਨ ਉਹਨਾਂ ਦਾ ਤੇ ਉਹਨਾਂ ਦੀ ਸਿਹਤ ਦਾ ਬਚਾਅ ਕਰ ਸਕਦੇ ਹਾਂ। ਜੀ। ਡਾਕਟਰ ਰਜੀਸ਼ ਸ਼ਰਮਾ ਜੀ, ਤੁਸੀਂ ਹਲਕਾਅ ਦੀ ਬਿਮਾਰੀ ਜਿਹੜੀ ਆ ਉਹਦੇ ਸੰਬੰਧੀ ਬੜੇ ਵਿਸਥਾਰ 'ਚ ਦੱਸਿਆ, ਤੇ ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਜਿਹੜੇ ਤੋਂ ਲਾਹਾ ਲੈਣਗੇ। ਤੇ ਉਹ ਤੋਂ ਇਲਾਵਾ ਜਿਹੜਾ ਆਮ ਸਾਡਾ ਸ਼ਹਿਰੀ ਆ ਕਿ ਉਹਨੂੰ ਵੀ ਇਸ ਚੀਜ਼ਾਂ ਦੀ ਜਾਗਰੂਕਤਾ ਹੋਣੀ ਜਿਹੜੀ ਬਹੁਤ ਜ਼ਰੂਰੀ ਆ ਕਿ ਅਸੀਂ ਕਿਸ ਤਰੀਕੇ ਨਾਲ ਇਸ ਸਮਾਜ 'ਚ ਰਹਿੰਦੇ ਹਾਂ, ਭਾਈਚਾਰੇ 'ਚ ਰਹਿੰਦੇ ਹਾਂ, ਕਿਸ ਤਰੀਕੇ ਨਾਲ ਆਪ ਬਚ ਸਕਦੇ ਹਾਂ, ਆਪਣੇ ਬੱਚਿਆਂ ਨੂੰ ਬਚਾ ਸਕਦੇ ਹਾਂ, ਤੇ ਆਪਣਾ ਜਿਹੜਾ ਆਲਾ ਦੁਆਲਾ ਉਹਨੂੰ ਵੀ ਜਿਹੜਾ ਸੁਰੱਖਿਅਤ ਰੱਖ ਸਕਦੇ ਹਾਂ। ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ।